ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ। ਅਤੇ ਅੱਜ ਅਸੀਂ 11ਵੀਂ ਜਮਾਤ ਦਾ ਇੱਕ ਬਿੰਦੂ ਪੜ੍ਹਨ ਜਾ ਰਹੇ ਹਾਂ, ਸਾਹਿਤ ਦੇ ਰੂਪ ਦੇ ਵਿੱਚੋਂ ਵਾਰ। ਪਹਿਲਾਂ ਅਸੀਂ ਵਾਰ ਦੇ ਸ਼ਾਬਦਿਕ ਅਰਥ ਜਾਣਾਂਗੇ, ਫਿਰ ਵਾਰ ਨੂੰ ਸਾਹਿਤ ਰੂਪ ਦੇ ਵਿੱਚ ਪਰਿਭਾਸ਼ਿਤ ਕਰਾਂਗੇ ਅਤੇ ਉਸ ਤੋਂ ਬਾਅਦ ਵਾਰ ਕਿਹੜੇ ਕਿਹੜੇ ਤੱਤਾਂ ਦੇ ਨਾਲ ਮਿਲ ਕੇ ਬਣਦੀ ਹੈ ਉਹਨਾਂ ਦੀ ਗੱਲ ਕਰਾਂਗੇ, ਅਤੇ ਵਾਰ ਦਾ ਵਰਗੀਕਰਨ ਕਿੰਨਾ ਭਾਗਾਂ ਦੇ ਵਿੱਚ ਕੀਤਾ ਜਾਂਦਾ ਹੈ, ਅਤੇ ਵਾਰ ਦਾ ਕੁਛ ਇਤਿਹਾਸ ਵੀ ਅਸੀਂ ਅਖੀਰ ਦੇ ਵਿੱਚ ਪੜ੍ਹਾਂਗੇ। ਵਾਰ ਹੈ ਕੀ, ਇਸ ਦੇ ਬਾਰੇ ਅਸੀਂ ਪਹਿਲਾਂ ਵਾਰ ਸ਼ਬਦ ਦੇ ਅਰਥ ਜਾਣਦੇ ਹਾਂ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਵਾਰ ਸ਼ਬਦ ਦੀ ਉਤਪੱਤੀ ਵ੍ਰੀ ਧਾਤੂ ਤੋਂ ਮੰਨਦੇ ਹਨ, ਜਿਸ ਦੇ ਅਰਥ ਹੁੰਦੇ ਹਨ ਵਾਰ ਕਰਨਾ ਜਾਂ ਵਾਰ ਰੋਕਣਾ। ਪਿਆਰਾ ਸਿੰਘ ਪਦਮ ਨੇ ਇਸ ਦਾ ਸੰਬੰਧ ਹੈ ਜਿਹੜਾ ਉਹ ਵਾਰਤਾ ਸ਼ਬਦ ਦੇ ਨਾਲ ਜੋੜਿਆ ਹੈ, ਕਿਉਂਕਿ ਉਹਨਾਂ ਅਨੁਸਾਰ ਪਿਛਲੇ ਜ਼ਮਾਨੇ ਵਿੱਚ ਜੰਗਾਂ ਯੁੱਧਾਂ ਦੀ ਕਹਾਣੀ ਕਵੀਆਂ ਭੱਟਾਂ ਜਾਂ ਢਾਡੀਆਂ ਦੁਆਰਾ ਵਾਰਤਾ ਬਿਰਤਾਂਤ ਦੇ ਰੂਪ ਦੇ ਵਿੱਚ ਕਾਵਿ ਵਿਸ਼ਾ ਬਣਾ ਕੇ ਪੇਸ਼ ਕੀਤੀ ਜਾਂਦੀ ਸੀ। ਜਿਹੜੀ ਜੰਗਾਂ ਯੁੱਧਾਂ ਦੀ ਕਹਾਣੀ ਹੁੰਦੀ ਸੀ, ਭੱਟ ਕਵੀ ਢਾਡੀ ਉਹਨਾਂ ਨੂੰ ਇੱਕ ਕਾਵਿ ਵਾਰਤਾ ਬਣਾ ਕੇ, ਕਾਵਿ ਬਿਰਤਾਂਤ ਬਣਾ ਕੇ, ਕਹਾਣੀ ਬਣਾ ਕੇ ਕਾਵਿ ਰਚਨਾ ਦੇ ਵਿੱਚ ਸੁਣਾਇਆ ਕਰਦੇ ਸਨ। ਇਸ ਲਈ ਪਿਆਰਾ ਸਿੰਘ ਪਦਮ ਹੈ ਜਿਹੜੇ ਉਹ ਇਹਦਾ ਅਰਥ ਵਾਰਤਾ ਸ਼ਬਦ ਦੇ ਨਾਲ ਸੰਬੰਧਿਤ ਕਰਦੇ ਹਨ। ਹੁਣ ਮੱਧਕਾਲ ਦਾ ਜਿਹੜਾ ਸਮਾਂ ਹੈ ਉਸ ਦੇ ਵਿੱਚ ਵਾਰ ਦੀ ਬਹੁਤ ਸਾਰੀ ਰਚਨਾ ਹੋਈ। ਉਹ ਕਿਉਂ ਹੁੰਦੀ ਸੀ? ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਧਰਮ ਦੀ ਰੱਖਿਆ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਉਹਨਾਂ ਨੂੰ ਵਾਰਤਾ, ਇਹ ਜਿਹੜੀ ਕਾਵਿ ਵਾਰਤਾ ਇਸ ਪ੍ਰਕਾਰ ਦੇ ਰੂਪ ਦੇ ਵਿੱਚ ਸੁਣਾਈ ਜਾਂਦੀ ਸੀ ਕਿ ਉਸ ਤੋਂ ਪ੍ਰੇਰਿਤ ਹੋ ਕੇ ਆਪਣੇ ਦੇਸ਼ ਧਰਮ ਦੀ ਰੱਖਿਆ ਕਰ ਸਕਣ। ਇਸ ਲਈ ਵਾਰ ਦੀ ਰਚਨਾ ਹੁੰਦੀ ਸੀ। ਅਤੇ ਵਾਰ ਦੀ ਜਿਹੜੀ ਪਰਿਭਾਸ਼ਾ ਉਹ ਇਹ ਹੈ ਕਿ ਵਾਰ ਉਸ ਕਾਵਿ ਵਾਰਤਾ ਨੂੰ ਕਹਿੰਦੇ ਹਨ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ। ਨਾਇਕ ਦੀ ਪ੍ਰਸ਼ੰਸਾ, ਪਹਿਲੀ ਗੱਲ ਤਾਂ ਇਹ ਹੈ ਕਿ ਵਾਰ ਦੇ ਵਿੱਚ ਨਾਇਕ ਦੀ ਪ੍ਰਸ਼ੰਸਾ ਹੁੰਦੀ ਹੈ, ਪਰ ਉਹ ਇਕੱਲੀ ਨਾਇਕ ਦੀ ਪ੍ਰਸ਼ੰਸਾ ਨਹੀਂ ਹੋਣੀ ਚਾਹੀਦੀ, ਉਹ ਪ੍ਰਸ਼ੰਸਾ ਯੁੱਧ ਦੇ ਪ੍ਰਸੰਗ ਦੇ ਵਿੱਚ ਹੋਣੀ ਚਾਹੀਦੀ ਹੈ। ਯੁੱਧ ਦੇ ਪ੍ਰਸੰਗ ਦੇ ਵਿੱਚ ਕੀਤੀ ਹੋਈ ਨਾਇਕ ਦੀ ਪ੍ਰਸ਼ੰਸਾ ਅਤੇ ਨਾਇਕ ਪ੍ਰਤੀ ਨਾਇਕ ਦੀ ਜਿਹੜੀ ਟੱਕਰ ਹੈ ਉਹ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਦੇ ਵਿੱਚ ਹੋਵੇ। ਦੋਨਾਂ ਦੀ ਟੱਕਰ ਬਰਾਬਰ ਦੀ ਹੋਵੇ, ਉਤਸ਼ਾਹ ਵਧਾਉਣਾ ਚਾਹੀਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਵਾਰ ਕਹਿੰਦੇ ਹਾਂ। ਇਹ ਟੱਕਰ ਸਥੂਲ ਵੀ ਹੋ ਸਕਦੀ ਹੈ ਅਤੇ ਸੂਖਮ ਵੀ ਹੋ ਸਕਦੀ ਹੈ। ਸਥੂਲ ਤੋਂ ਭਾਵ ਉਹ ਟੱਕਰ ਹੈ ਜੋ ਵਾਸਤਵਿਕ ਮੈਦਾਨ ਦੇ ਵਿੱਚ ਲੜਾਈ ਲੜੀ ਜਾਂਦੀ ਹੈ, ਅਤੇ ਸੂਖਮ ਤੋਂ ਭਾਵ ਉਹ ਹੈ ਜੋ ਸਾਡੇ ਮਨ ਦੇ ਵਿੱਚ ਚੰਗੇ ਅਤੇ ਬੁਰੇ ਵਿਚਾਰਾਂ ਦਾ ਯੁੱਧ ਚੱਲਦਾ ਰਹਿੰਦਾ, ਉਹ ਟੱਕਰ ਸੂਖਮ ਹੈ। ਸੂਖਮ ਨੂੰ ਅਸੀਂ ਪ੍ਰਤੱਖ ਰੂਪ ਤੋਂ, ਭੌਤਿਕ ਰੂਪ ਤੋਂ ਵੇਖ ਨਹੀਂ ਸਕਦੇ। ਜਿਹੜੀ ਸਥੂਲ ਟੱਕਰ ਹੈ ਉਸ ਨੂੰ ਮੈਦਾਨ ਜੰਗ ਦੇ ਵਿੱਚ ਪ੍ਰਤੱਖ ਰੂਪ ਤੋਂ ਦੇਖਿਆ ਜਾ ਸਕਦਾ। ਇਹ ਟੱਕਰ ਦੋਵਾਂ ਪ੍ਰਕਾਰ ਦੀ ਹੋ ਸਕਦੀ ਹੈ। ਇਹ ਟੱਕਰ ਸਥੂਲ ਵੀ ਹੋ ਸਕਦੀ ਹੈ ਅਤੇ ਸੂਖਮ ਵੀ ਹੋ ਸਕਦੀ ਹੈ, ਦੋਵਾਂ ਪ੍ਰਕਾਰ ਦੀ। ਤਾਂ ਜਿਹੜੀ ਵਾਰ ਦੀ ਪਰਿਭਾਸ਼ਾ ਉਹ ਇਹ ਹੈ ਕਿ ਨਾਇਕ ਦੀ ਪ੍ਰਸ਼ੰਸਾ ਹੁੰਦੀ ਹੈ, ਯੁੱਧ ਦੇ ਪ੍ਰਸੰਗ ਦੇ ਵਿੱਚ ਹੁੰਦੀ ਹੈ, ਅਤੇ ਉਹਦੀ ਸ਼ੈਲੀ ਹੈ ਜਿਹੜੀ ਉਹ ਉਤਸ਼ਾਹ ਵਧਾਉਣ ਵਾਲੀ ਹੁੰਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਵਾਰ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇਸ ਦੇ 6 ਅਰਥ ਦੱਸੇ ਹਨ। ਪਹਿਲਾ ਤਾਂ ਅਰਥ ਦੱਸਿਆ ਉਹਨਾਂ ਨੇ ਵਾਰ ਕਰਨ ਵਾਲਾ ਜਾਂ ਵਾਰ ਰੋਕਣ ਵਾਲਾ। ਯੁੱਧ ਦੇ ਵਿੱਚ ਇਹੋ ਹੀ ਹੁੰਦਾ, ਜਾਂ ਵਾਰ ਕੀਤਾ ਜਾਂਦਾ ਹੈ ਜਾਂ ਵਾਰ ਰੋਕਿਆ ਜਾਂਦਾ ਹੈ। ਦੂਜਾ ਹੈ ਵਾਹਰ। ਵਾਹਰ ਤੋਂ ਭਾਵ ਸਮੂਹ ਹੈ। ਤਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਚੋਰੀਆਂ ਹੁੰਦੀਆਂ ਸੀ, ਜ਼ਿਆਦਾਤਰ ਪਸ਼ੂਆਂ ਦੀਆਂ ਹੀ ਚੋਰੀਆਂ ਹੁੰਦੀਆਂ ਸੀ, ਤਾਂ ਲੋਕ ਉਹਨਾਂ ਪਸ਼ੂਆਂ ਨੂੰ ਛਡਾਉਣ ਦੇ ਲਈ ਇੱਕ ਸਮੂਹ ਬਣਾ ਕੇ ਤੁਰਦੇ ਸਨ, ਉਹਨਾਂ ਨੂੰ ਵਾਰ ਕਿਹਾ ਜਾਂਦਾ ਸੀ। ਆਮ ਤੌਰ 'ਤੇ ਤੁਸੀਂ ਵੀ ਹੁਣ ਦੇਖਦੇ ਹੋ ਕਿ ਜਦੋਂ ਅਸੀਂ ਕਿਸੇ ਦਾ ਪੱਖ ਲੈਂਦੇ ਹਾਂ ਤਾਂ ਉਦੋਂ ਸਾਨੂੰ ਕਹਿੰਦਾ ਕਿ ਤੂੰ ਤਾਂ ਉਹਦੀ ਵਾਰ ਕਰਾਉਣਾ ਹੈ, ਮਤਲਬ ਉਹਦਾ ਪੱਖ ਲੈਣਾ ਹੈ, ਸਮੂਹ ਬਣਾ ਕੇ ਗੱਲ ਕਰਦਾ ਹੈ। ਤਾਂ ਜਿਹੜਾ ਯੁੱਧ ਹੈ ਉਹ ਸਮੂਹ ਰੂਪ ਦੇ ਵਿੱਚ ਲੜਿਆ ਜਾਂਦਾ, ਇਕੱਲਾ ਬੰਦਾ ਤਾਂ ਯੁੱਧ ਲੜ ਨਹੀਂ ਸਕਦਾ। ਤਾਂ ਵਾਰ ਦਾ ਇੱਕ ਅਰਥ ਵਾਹਰ ਵੀ ਲਿਆ ਜਾਂਦਾ ਹੈ। ਇਸ ਦੀ ਉਤਪੱਤੀ ਇਸ ਤੋਂ ਵੀ ਮੰਨੀ ਜਾਂਦੀ ਹੈ। ਵਰਜਣਾ ਜਾਂ ਰੋਕਣਾ, ਵਾਰ ਦੇ ਵਿੱਚ ਸਾਹਮਣੇ ਵਾਲੇ ਨੂੰ ਰੋਕਿਆ ਜਾਂਦਾ ਹੈ, ਵਰਜਿਆ ਜਾਂਦਾ ਹੈ, ਉਸ ਦੀ ਮੁਕਾਬਲਾ ਕੀਤਾ ਜਾਂਦਾ ਹੈ। ਵਰਜਣਾ ਜਾਂ ਉਸ ਨੂੰ ਰੋਕਿਆ ਜਾਂਦਾ ਹੈ, ਇੱਕ ਅਰਥ ਇਸ ਦਾ ਇਹ ਵੀ ਹੈ। ਚੌਥਾ ਅਰਥ ਉਹਨਾਂ ਨੇ ਦੱਸਿਆ ਹੈ ਵਾਰ-ਵਾਰ, ਦੁਹਰਾਵ। ਤਾਂ ਜਿਹੜਾ ਇਹ ਦੁਹਰਾ ਹੈ ਇਹ ਕਈ ਪ੍ਰਕਾਰ ਦੇ ਨਾਲ ਮੰਨ ਸਕਦੇ ਹਾਂ ਅਸੀਂ। ਵਾਰ ਦਾ ਯਾਨੀ ਕਿ ਜਿਹੜਾ ਹੈ ਵਾਰ ਕਰਨ ਦਾ ਵਾਰ-ਵਾਰ ਦੁਹਰਾ ਹੁੰਦਾ ਹੈ, ਅਤੇ ਇਸ ਨੂੰ ਵਾਰ-ਵਾਰ ਗਾਇਆ ਜਾਂਦਾ ਹੈ। ਜਿਹੜੀਆਂ ਆਵਾਜ਼ਾਂ ਹੈ, ਧੁਨੀਆਂ ਹਨ, ਉਤਸ਼ਾਹ ਵਧਾਉਣ ਵਾਲੀਆਂ, ਉਹ ਵਾਰ-ਵਾਰ ਆਉਂਦੀਆਂ ਹਨ। ਤਾਂ ਇਸ ਅਰਥ ਦੇ ਵਿੱਚ ਵੀ ਵਾਰ ਨੂੰ ਸਮਝਿਆ ਜਾ ਸਕਦਾ ਹੈ। ਇੱਕ ਅਰਥ ਇਹਦਾ ਵਾਰ ਹੈ। ਮਾਲਵੇ ਦੇ ਵਿੱਚ, ਮਲਵਈ ਬੋਲੀ ਦੇ ਵਿੱਚ ਦਰਵਾਜ਼ਾ ਜਿਹੜਾ ਹੈ ਉਸ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ, ਕਿਉਂਕਿ ਜਿਹੜੇ ਢਾਡੀ ਲੋਕ ਹਨ ਉਹ
ਆਪਣੇ ਰਾਜਿਆਂ ਮਹਾਰਾਜਿਆਂ ਦੇ ਦਰਵਾਜ਼ੇ ਤੇ ਬਾਰ ਤੇ ਖੜ੍ਹ ਕੇ ਉਹਨਾਂ ਦੀ ਮਹਾਨਤਾ ਗਾਇਆ ਕਰਦੇ ਸਨ, ਇਸ ਵਾਰ ਦੀ ਰਚਨਾ ਕਰਿਆ ਕਰਦੇ ਸਨ। ਤਾਂ ਵਾਰ ਸ਼ਬਦ ਤੋਂ ਵੀ ਵਾਰ ਦੇ ਅਰਥ ਸਮਝੇ ਜਾ ਸਕਦੇ ਹਨ। ਇੱਕ ਰਾਜਸਥਾਨ ਦੇ ਵਿੱਚ ਵਾਰਹਠ ਨਾਮ ਦੀ ਜਾਤੀ ਪਾਈ ਜਾਂਦੀ ਹੈ। ਹੱਠ ਦਾ ਮਤਲਬ ਜਿੱਦ ਹੁੰਦਾ ਹੈ। ਉਹ ਰਾਜਿਆਂ ਮਹਾਰਾਜਿਆਂ ਤੋਂ ਵਾਰ ਗਾਉਂਦੇ ਹੋਏ, ਹੱਠ ਕਰਦੇ ਹੋਏ, ਜਿੱਦ ਕਰਦੇ ਹੋਏ ਇਨਾਮ ਪ੍ਰਾਪਤ ਕਰਿਆ ਕਰਦੇ ਸਨ। ਇਸ ਤੋਂ ਵੀ ਵਾਰ ਸ਼ਬਦ ਦੀ ਉਤਪੱਤੀ ਹੈ ਜਿਹੜੀ ਮੰਨੀ ਜਾਂਦੀ ਹੈ। ਇਹ 6 ਅਰਥ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਦੱਸੇ ਹਨ। ਇਹਨਾਂ ਤੋਂ ਉਤਪੱਤੀ ਉਹ ਵਾਰ ਸ਼ਬਦ ਦੀ ਮੰਨਦੇ ਹਨ। ਤਾਂ ਇਹ 6 ਅਰਥ ਹੈ ਜਿਹੜੇ ਉਹ ਨਿਰੁਕਤੀ ਰੂਪ ਦੇ ਵਿੱਚ ਇਹਨਾਂ ਨੂੰ ਉਹ ਉੱਥੇ ਲੈਂਦੇ ਹਨ ਕਿ ਇਹਨਾਂ ਤੋਂ ਉਤਪੱਤੀ ਮੰਨੀ ਜਾ ਸਕਦੀ ਹੈ। ਵਣਜਾਰਾ ਸਿੰਘ ਬੇਦੀ ਇਸ ਦੀ ਉਤਪੱਤੀ ਹੈ ਜਿਹੜਾ ਉਹ ਵਾਰਨੇ ਸ਼ਬਦ ਤੋਂ ਮੰਨਦੇ ਹਨ। ਵਣਜਾਰਾ ਸਿੰਘ ਬੇਦੀ, ਉਹਨਾਂ ਦਾ ਕਹਿਣਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਜੰਗਾਂ ਯੁੱਧਾਂ ਦੇ ਲਈ ਜਾਂਦੇ ਸਨ ਤਾਂ ਉਦੋਂ ਉਹਨਾਂ ਦੇ ਸਿਰ ਤੋਂ ਵਾਰਨੇ ਕੀਤੇ ਜਾਂਦੇ ਸਨ। ਤਾਂ ਵਾਰਨੇ ਸ਼ਬਦ ਤੋਂ ਹੀ ਵਾਰ ਸ਼ਬਦ ਦੀ ਉਤਪੱਤੀ ਹੋਈ ਮੰਨੀ ਜਾਂਦੀ ਹੈ। ਸੁਹਿੰਦਰ ਸਿੰਘ ਵਣਜਾਰਾ ਬੇਦੀ ਵਾਰ ਸ਼ਬਦ ਦੀ ਉਤਪੱਤੀ ਵਾਰਨੇ ਸ਼ਬਦ ਤੋਂ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਵਾਰਨੇ ਇੱਕ ਲੋਕ ਗੀਤ ਹੈ ਅਤੇ ਇਹਨਾਂ ਦਾ ਗਾਣ ਉਦੋਂ ਕੀਤਾ ਜਾਂਦਾ ਸੀ ਜਦੋਂ ਲੋਕ ਜੰਗਾਂ ਯੁੱਧਾਂ ਨੂੰ ਜਾਂਦੇ ਸਨ ਅਤੇ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਸਿਰ ਤੋਂ ਵਾਰਨੇ ਕਰਦੀਆਂ ਸਨ। ਤਾਂ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਇਸ ਦੀ ਉਤਪੱਤੀ ਹੈ ਜਿਹੜੀ ਉਹ ਵਾਰਨੇ ਤੋਂ ਹੋਈ ਹੈ। ਕੁਛ ਲੋਕ ਵਾਰ ਨੂੰ ਜਸ ਦੀ ਕਵਿਤਾ ਵੀ ਕਹਿੰਦੇ ਹਨ, ਜਿਵੇਂ ਸਾਨੂੰ ਪ੍ਰਿਥਵੀ ਰਾਜ ਰਾਸੋ ਲਿਖਿਆ ਹੋਇਆ ਮਿਲਦਾ ਹੈ। ਸੰਸਕ੍ਰਿਤ ਸਾਹਿਤ ਦੇ ਵਿੱਚ ਵੀ ਇਸ ਨੂੰ ਜਸ ਦੀ ਕਵਿਤਾ ਕਿਹਾ ਗਿਆ ਹੈ। ਤਾਂ ਇਹ ਸੀ ਵਾਰ ਦੇ ਬਾਰੇ ਗੱਲ ਕਿ ਵਾਰ ਸ਼ਬਦ ਦੀ ਉਤਪੱਤੀ ਕਿਵੇਂ ਹੋਈ ਹੈ। ਅੱਗੇ ਅਸੀਂ ਹੁਣ ਵਾਰ ਦੇ ਤੱਤਾਂ ਦੀ ਗੱਲ ਕਰਦੇ ਹਾਂ। ਵਾਰ ਦੇ ਮੁੱਖ ਰੂਪ ਤੋਂ 6 ਤੱਤ ਮੰਨੇ ਗਏ ਹਨ। ਪਹਿਲਾ ਵਸਤੂ ਵਿਧਾਨ ਹੈ, ਦੂਜਾ ਨਾਇਕ ਦਾ ਜਸ ਗਾਇਨ ਅਤੇ ਛੰਦ ਵਿਧਾਨ, ਰਸ ਤੇ ਅਲੰਕਾਰ, ਪੰਜਵਾਂ ਇਤਿਹਾਸਿਕਤਾ ਅਤੇ ਛੇਵਾਂ ਹੈ ਭਾਸ਼ਾ। ਇਹ ਮੁੱਖ ਤੱਤ ਹਨ 6 ਵਾਰ ਦੇ। ਇਹਨਾਂ ਦੇ ਨਾਲ ਵਾਰ ਦੀ ਰਚਨਾ ਹੁੰਦੀ ਹੈ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਦੀ ਇਕੱਲੇ ਇਕੱਲੇ ਗੱਲ ਕਰਦੇ ਹਾਂ। ਪਹਿਲਾ ਹੈ ਵਸਤੂ ਵਿਧਾਨ, ਅਤੇ ਵਸਤੂ ਵਿਧਾਨ ਦੇ ਵਿੱਚ ਅੱਗੇ ਫਿਰ ਵਸਤੂ ਵਿਧਾਨ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਵਸਤੂ ਵਿਧਾਨ ਦੇ ਵਿੱਚ ਮੰਗਲਾਚਰਨ, ਕਥਾ ਵਸਤੂ ਅਤੇ ਮਹਾਤਮ, ਇਹ 3 ਤੱਤ ਹੈ ਜਿਹੜੇ ਸ਼ਾਮਿਲ ਰਹਿੰਦੇ ਹਨ। ਵਸਤੂ ਵਿਧਾਨ ਦਾ ਮਤਲਬ ਹੈ ਉਸ ਦੇ ਵਿੱਚ ਵਿਚਾਰ ਕਿਹੋ ਜਿਹੇ ਪੇਸ਼ ਹੋਏ ਹਨ ਅਤੇ ਕਿਹੜੇ ਤਰੀਕੇ ਦੇ ਨਾਲ ਪੇਸ਼ ਹੋਏ ਹਨ, ਉਹਨੂੰ ਅਸੀਂ ਵਸਤੂ ਵਿਧਾਨ ਕਹਿੰਦੇ ਹਾਂ। ਅਤੇ ਉਹਨਾਂ ਨੂੰ ਪੇਸ਼ ਕਰਨ ਦਾ ਤਰੀਕਾ ਕੀ ਹੈ। ਸਭ ਤੋਂ ਪਹਿਲਾਂ ਵਸਤੂ ਵਿਧਾਨ ਦੇ ਵਿੱਚ ਮੰਗਲਾਚਰਨ ਆ ਜਾਂਦਾ ਹੈ। ਮੰਗਲਾਚਰਨ ਤੋਂ ਭਾਵ ਹੈ ਕਿ ਕਵੀ ਜਦੋਂ ਕੋਈ ਵੀ ਰਚਨਾ ਕਰਦਾ ਹੈ, ਅਸੀਂ ਇੱਥੇ ਵਾਰ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਕਹਾਂਗੇ ਕਿ ਕਵੀ ਜਦੋਂ ਵਾਰ ਦੀ ਰਚਨਾ ਕਰਦਾ ਹੈ, ਵਾਰਕਾਰ, ਤਾਂ ਉਹ ਆਪਣੇ ਈਸਟ ਨੂੰ ਧਿਆਉਂਦਾ ਹੋਇਆ ਆਪਣੀ ਵਾਰ ਦੀ ਰਚਨਾ ਦੀ ਕਾਮਯਾਬੀ ਮੰਗਦਾ ਹੈ। ਇਸ ਨੂੰ ਹੀ ਇਸ ਨੂੰ ਆਪਣੇ ਦੇਵੀ ਦੇਵਤਾ ਨੂੰ, ਆਪਣੇ ਪਰਮਾਤਮਾ ਨੂੰ ਯਾਦ ਕਰਦਾ ਹੈ, ਆਪਣੀ ਰਚਨਾ ਦੀ ਕਾਮਯਾਬੀ ਦੇ ਲਈ ਮੰਗ ਕਰਦਾ ਹੈ। ਇਸ ਨੂੰ ਹੀ ਅਸੀਂ ਮੰਗਲਾਚਰਨ ਕਹਿੰਦੇ ਹਾਂ। ਤੁਸੀਂ ਵਿਆਹਾਂ ਸ਼ਾਦੀਆਂ 'ਚ ਦੇਖਦੇ ਹੋ ਕਿ ਜਦੋਂ ਡੀਜੇ ਸਭ ਤੋਂ ਪਹਿਲਾਂ ਚੱਲਦਾ ਹੈ ਤਾਂ ਕੋਈ ਧਾਰਮਿਕ ਗੀਤ ਲਾਇਆ ਜਾਂਦਾ ਹੈ, ਇਸ ਨੂੰ ਮੰਗਲਾਚਰਨ ਕਹਿ ਸਕਦੇ ਹੋ। ਤੁਸੀਂ ਕੋਈ ਵੀ ਹੋਰ ਕੰਮ ਸ਼ੁਰੂ ਕਰਦੇ ਹੋ ਤਾਂ ਉਦੋਂ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਉਹ ਇੱਕ ਤਰੀਕੇ ਦੇ ਨਾਲ ਉਸ ਨੂੰ ਮੰਗਲਾਚਰਨ ਹੀ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਕਿਸੇ ਵੀ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਸ ਦੀ ਕਾਮਯਾਬੀ ਦੇ ਲਈ ਅਸੀਂ ਪਰਮਾਤਮਾ ਪਾਸੋਂ ਅਰਦਾਸ ਕਰਦੇ ਹਾਂ ਅਤੇ ਕਾਮਯਾਬੀ ਦੀ ਮੰਗ ਕਰਦੇ ਹਾਂ। ਇਹ ਮੰਗਲਾਚਰਨ ਹੈ। ਤਾਂ ਸਭ ਤੋਂ ਪਹਿਲਾਂ ਵਾਰ ਦੇ ਵਿੱਚ ਹੈ ਜਿਹੜਾ ਉਹ ਮੰਗਲਾਚਰਨ ਸ਼ਾਮਿਲ ਹੁੰਦਾ ਹੈ। ਅਤੇ ਦੂਜਾ ਜਿਹੜਾ ਵਸਤੂ ਵਿਧਾਨ ਦਾ ਭਾਗ ਹੈ ਕਥਾ ਵਸਤੂ। ਕਥਾ ਵਸਤੂ ਨੂੰ ਅੱਗੇ ਫਿਰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਸ਼ੰਕਾ, ਸੰਘਰਸ਼ ਅਤੇ ਸਮਾਧਾਨ। ਕਿਉਂਕਿ ਵਾਰ ਦਾ ਜਿਹੜਾ ਵਿਸ਼ਾ ਵਸਤੂ ਆ ਜੰਗ ਜਾਂ ਯੁੱਧ ਹੁੰਦਾ ਹੈ, ਤਾਂ ਜੰਗ ਜਾਂ ਯੁੱਧ ਬਿਨਾਂ ਕਿਸੇ ਗੱਲ ਤੋਂ ਨਹੀਂ ਹੁੰਦਾ। ਪਹਿਲਾਂ ਉਸਦੇ ਕੁਛ ਕਾਰਨ ਹੁੰਦੇ ਹਨ। ਸ਼ੰਕਾ ਦੇ ਵਿੱਚ ਕਾਰਨ ਹੁੰਦੇ, ਜਿਹੜਾ ਵਸਤੂ ਵਿਧਾਨ ਚੁਣਿਆ ਗਿਆ ਹੈ ਜਿਸ ਦੇ ਬਾਰੇ ਵਿਚਾਰ ਪੇਸ਼ ਕਰਨੇ ਹਨ, ਜਿਹੜੇ ਜੰਗ ਜਾਂ ਯੁੱਧ ਦੀ ਗੱਲ ਕਰਨੀ ਹੈ, ਉਸ ਦੇ ਹੋਣ ਦੇ ਕਾਰਨ ਕੀ ਸੀ, ਉਹ ਆ ਜਾਂਦੇ ਹਨ ਸ਼ੰਕਾ ਪੱਖ ਦੇ ਵਿੱਚ। ਯੁੱਧ ਹੋਣ ਦੇ, ਲੜਾਈ ਦੇ ਕਾਰਨ ਕੀ ਸਨ, ਕਿੰਨਾ ਕਾਰਨਾਂ ਦੇ ਕਰਕੇ ਉਹ ਲੜਾਈ ਹੋਈ, ਕਿੰਨਾ ਕਾਰਨਾਂ ਦੇ ਕਰਕੇ ਉਹ ਜੰਗ ਹੋਈ, ਉਹਨੂੰ ਅਸੀਂ ਸ਼ੰਕਾ ਪੱਖ ਦੇ ਵਿੱਚ ਰੱਖਦੇ ਹਾਂ। ਅਤੇ ਫਿਰ ਦੋਨਾਂ ਪੱਖਾਂ ਦਾ ਆਪਸ ਵਿੱਚ ਜਿਹੜੀ ਲੜਾਈ ਹੁੰਦੀ ਹੈ ਉਸ ਨੂੰ ਅਸੀਂ ਸੰਘਰਸ਼ ਪੱਖ ਦੇ ਵਿੱਚ ਰੱਖਦੇ ਹਾਂ। ਅਤੇ ਫਿਰ ਉਸ ਦਾ ਸਿੱਟਾ ਕੀ ਨਿਕਲਿਆ, ਉਸ ਦਾ ਨਤੀਜਾ ਕੀ ਹੋਇਆ, ਜਿਹੜਾ ਜੰਗ ਜਾਂ ਯੁੱਧ ਲੜਿਆ ਗਿਆ ਉਸ ਦੇ ਵਿੱਚ ਕਿਸ ਦੀ ਹਾਰ ਹੋਈ, ਕਿਸ ਦੀ ਜਿੱਤ ਹੋਈ, ਉਸ ਦੇ ਨਤੀਜੇ ਕੀ ਨਿਕਲੇ, ਉਸ ਨੂੰ ਅਸੀਂ ਸਮਾਧਾਨ ਪੱਖ ਦੇ ਵਿੱਚ ਰੱਖਦੇ ਹਾਂ। ਇਹ 3 ਜਿਹੜੀਆਂ ਗੱਲਾਂ ਹਨ ਇਹ ਕਥਾ ਵਸਤੂ ਦੇ ਵਿੱਚ ਸ਼ਾਮਿਲ ਰਹਿੰਦੀਆਂ ਹਨ। ਪਹਿਲਾ ਉਸ ਦੇ ਕਾਰਨ ਕੀ ਸੀ ਲੜਾਈ ਹੋਣ ਦੇ, ਫਿਰ ਉਹ ਲੜਾਈ ਹੋਈ ਕਿਵੇਂ, ਅਤੇ ਫਿਰ ਤੀਜਾ ਉਸ ਦਾ ਨਤੀਜਾ ਸਿੱਟਾ ਕੀ ਨਿਕਲਿਆ, ਉਸ ਨੂੰ ਅਸੀਂ ਸਮਾਧਾਨ ਪੱਖ ਦੇ ਵਿੱਚ ਰੱਖਦੇ ਹਾਂ। ਅਤੇ ਮਹਾਤਮ, ਉਸ
ਵਾਰ ਨੂੰ ਲਿਖਣ ਦਾ ਮਹਾਤਮ ਕੀ ਹੈ, ਉਸਦਾ ਫਾਇਦਾ ਕੀ ਹੈ, ਉਸ ਤੋਂ ਕੀ ਕੋਈ ਸਿੱਖਿਆ ਪ੍ਰਾਪਤ ਕਰ ਸਕਦਾ ਹੈ, ਪੜ੍ਹਨ ਵਾਲਾ ਪਾਠਕ ਹੈ ਜਿਹੜਾ ਉਸ ਨੂੰ ਉਸਦਾ ਕੀ ਫਾਇਦਾ ਹੋਊਗਾ। ਜਿਵੇਂ ਚੰਡੀ ਦੀ ਵਾਰ ਦਾ ਜਿਹੜਾ ਮਹਾਤਮ ਹੈ ਅਖੀਰ ਦੇ ਵਿੱਚ ਲਿਖਿਆ ਹੋਇਆ ਹੈ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਇਹ ਚੰਡੀ ਦੀ ਵਾਰ ਦਾ ਮਹਾਤਮ ਹੈ ਕਿ ਜਿਸ ਨੇ ਇਸ ਨੂੰ ਇੱਕ ਵਾਰ ਪੜ੍ਹਿਆ ਉਹ ਜੂਨਾਂ ਤੋਂ ਮੁਕਤ ਹੋ ਗਿਆ। ਹਰ ਵਾਰ ਦਾ ਮਹਾਤਮ ਲਿਖਿਆ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ, ਪਰ ਇਹ ਇੱਕ ਜ਼ਰੂਰੀ ਤੱਤ ਅਸੀਂ ਇਸ ਨੂੰ ਨਹੀਂ ਕਹਿ ਸਕਦੇ, ਪਰ ਜਿਨ੍ਹਾਂ ਵਾਰਾਂ ਦੇ ਅਖੀਰ ਦੇ ਵਿੱਚ ਲਿਖਿਆ ਹੁੰਦਾ ਹੈ ਉਸ ਨੂੰ ਅਸੀਂ ਮਹਾਤਮ ਦੇ ਰੂਪ ਦੇ ਵਿੱਚ ਜਾਣਦੇ ਹਾਂ। ਇਸ ਤੋਂ ਬਾਅਦ ਆਉਂਦਾ ਹੈ ਮਹਾਤਮ। ਮਹਾਤਮ ਹਰੇਕ ਵਾਰ ਦੇ ਵਿੱਚ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ। ਚੰਡੀ ਦੀ ਵਾਰ ਦਾ ਮਹਾਤਮ ਲਿਖਿਆ ਹੋਇਆ ਸਾਨੂੰ ਮਿਲਦਾ ਹੈ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਭਾਵੇਂ ਕਿ ਜਿਸ ਨੇ ਇਸ ਨੂੰ ਗਾਇਆ ਉਹ ਜੂਨਾਂ ਤੋਂ ਮੁਕਤ ਹੋ ਗਿਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਮਹਾਤਮ ਹੈ ਜਿਹੜਾ ਉਹ ਜ਼ਰੂਰੀ ਤੱਤ ਤਾਂ ਨਹੀਂ, ਪਰ ਕਈ ਵਾਰਾਂ ਦੇ ਵਿੱਚ ਸਾਨੂੰ ਇਹ ਲਿਖਿਆ ਹੋਇਆ ਮਿਲਦਾ ਹੈ। ਇਹ ਅਸੀਂ ਗੱਲ ਕਰ ਚੁੱਕੇ ਹਾਂ ਹੁਣ ਵਸਤੂ ਵਿਧਾਨ ਦੀ। ਵਸਤੂ ਵਿਧਾਨ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਮੰਗਲਾਚਰਨ, ਕਥਾ ਵਸਤੂ ਤੇ ਮਹਾਤਮ। ਮੰਗਲਾਚਰਨ ਦੀ ਅਸੀਂ ਗੱਲ ਕਰ ਚੁੱਕੇ ਹਾਂ, ਆਪਣੇ ਈਸ਼ਟ ਦੇਵੀ ਦੇਵਤਾ ਦੀ ਆਰਾਧਨਾ। ਫਿਰ ਉਸ ਦੀ ਕਥਾ ਵਸਤੂ ਨੂੰ 3 ਭਾਗਾਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਜਾਂਦਾ ਹੈ, ਸ਼ੰਕਾ ਸੰਘਰਸ਼ ਦੇ ਸਮਾਧਾਨ ਦੇ ਰੂਪ ਦੇ ਵਿੱਚ। ਤੇ ਫਿਰ ਕਥਾ ਵਸਤੂ ਤੋਂ ਬਾਅਦ ਆ ਜਾਂਦਾ ਹੈ ਮਹਾਤਮ। ਇਹ ਸੀਗੀ ਵਸਤੂ ਵਿਧਾਨ ਦੀ ਗੱਲ। ਵਾਰ ਦਾ ਜਿਹੜਾ ਦੂਜਾ ਤੱਤ ਹੈ ਉਹ ਹੈ ਨਾਇਕ ਦਾ ਜਸ ਗਾਇਨ। ਨਾਇਕ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਇਹ ਅਸੀਂ ਪਰਿਭਾਸ਼ਾ ਦੇ ਵਿੱਚ ਵੀ ਪੜ੍ਹਿਆ ਸੀ। ਪਰ ਨਾਇਕ ਦੀ ਪ੍ਰਸ਼ੰਸਾ ਸਿੱਧੀ ਸਿੱਧੀ ਨਹੀਂ ਕੀਤੀ ਜਾਂਦੀ, ਉਸ ਨੂੰ ਕਾਵਿ ਨਿਆਂ ਦੇ ਅਧੀਨ ਮਹਾਨ ਦਿਖਾਇਆ ਜਾਂਦਾ ਹੈ। ਕਾਵਿ ਨਿਆਂ ਦਾ ਮਤਲਬ ਹੈ ਕਿ ਜਿਹੜਾ ਪ੍ਰਤੀ ਨਾਇਕ ਹੁੰਦਾ ਹੈ, ਖਲਨਾਇਕ ਹੁੰਦਾ ਹੈ, ਵਿਲੇਨ ਹੁੰਦਾ ਹੈ, ਉਸ ਨੂੰ ਵੀ ਜ਼ਿਆਦਾ ਪ੍ਰਭਾਵਸ਼ਾਲੀ ਚਿੱਤਰ ਕੇ ਦਿਖਾਇਆ ਜਾਂਦਾ ਹੈ ਤਾਂ ਕਿ ਉਸ ਦੀ ਜਿਹੜੀ ਜਿੱਤ ਹੈ ਉਸ ਨੂੰ ਮਹਾਨ ਬਣਾਇਆ ਜਾ ਸਕੇ। ਤੁਸੀਂ ਦੇਖਦੇ ਹੋ ਜਿਵੇਂ ਤੁਸੀਂ ਖੇਡਾਂ ਦੇਖਦੇ ਹੋ, ਉਸ ਦੇ ਵਿੱਚ ਜਦੋਂ ਕੋਈ ਤਕੜੀ ਟੀਮ ਮਾੜੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਉਸ ਦੀ ਮਹਾਨਤਾ ਇੰਨੀ ਨਹੀਂ ਬਣਦੀ, ਪਰ ਜਦੋਂ ਕੋਈ ਟੀਮ ਆਪਣੇ ਬਰਾਬਰ ਦੀ ਟੀਮ ਨੂੰ ਹਰਾਉਂਦੀ ਹੈ ਤਾਂ ਉਹਦੀ ਮਹਾਨਤਾ ਆਪਣੇ ਆਪ ਬਣ ਜਾਂਦੀ ਹੈ। ਇਹੀ ਕਾਵਿ ਨਿਆਂ ਹੈ ਕਿ ਨਾਇਕ ਦੀ ਤੁਲਨਾ ਦੇ ਵਿੱਚ ਖਲਨਾਇਕ ਨੂੰ ਵੀ ਬਰਾਬਰ ਦਾ ਹੀ ਚਿੱਤਰ ਕੇ ਅਖੀਰ ਦੇ ਵਿੱਚ ਉਸ ਨੂੰ ਹਾਰਿਆ ਹੋਇਆ ਦਰਸਾ ਕੇ ਤੇ ਫਿਰ ਉਸ ਦੀ ਮਹਾਨਤਾ ਨਾਇਕ ਦੀ ਦਰਸਾਈ ਜਾਂਦੀ ਹੈ। ਨਾਇਕ ਨੂੰ ਜਿਹੜਾ ਹੈ ਉਹ ਚੰਗਿਆਈ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਖਲਨਾਇਕ ਨੂੰ ਬੁਰਾਈ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਤਾਂ ਇਹ ਕਾਵਿ ਨਿਆਂ ਹੈ। ਜਿਵੇਂ ਹੁਣ ਅਸੀਂ ਚੰਡੀ ਦੀ ਵਾਰ ਦੇ ਵਿੱਚ ਦੇਖਦੇ ਹਾਂ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਕਸ਼ ਰਣੋ ਨਾ ਭੱਜਣ ਰੋਹੇ ਰੋਹਿਲੇ, ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਇੱਥੇ ਰਾਕਸ਼ਾਂ ਦੀ ਮਹਾਨਤਾ ਦਰਸਾਈ ਗਈ ਹੈ ਕਿ ਉਹ ਕਿੰਨੀ ਮਹਾਨਤਾ ਦੇ ਨਾਲ ਲੜੇ। ਉਹ ਮੈਦਾਨ ਛੱਡ ਕੇ ਨਹੀਂ ਭੱਜ ਰਹੇ ਸਨ, ਉਹ ਦੁਰਗਾ ਦੇ ਸਾਹਮਣੇ ਤਣ ਤਣ ਕੇ ਤੀਰ ਛੱਡ ਰਹੇ ਸਨ, ਕੈਬਰ ਛੱਡ ਰਹੇ ਸਨ। ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ, ਜਿਹੜੇ ਸਾਰੇ ਸੂਰਮੇ ਆ ਉਹ ਸ਼ੇਰਾਂ ਦੇ ਵਾਂਗੂ ਗੱਜ ਰਹੇ ਸਨ। ਭਾਵ ਉਹਨਾਂ ਨੂੰ ਉੱਥੋਂ ਸਿੱਧਾ ਹੀ ਭੱਜਦੇ ਹੋਏ ਨਹੀਂ ਦਿਖਾਇਆ ਗਿਆ, ਉਹਨਾਂ ਨੂੰ ਬਰਾਬਰ ਦਾ ਮੁਕਾਬਲਾ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਕਾਵਿ ਨਿਆਂ ਹੈ। ਕਾਵਿ ਨਿਆਂ ਤੋਂ ਭਾਵ ਹੈ ਕਿ ਪ੍ਰਤੀ ਨਾਇਕ ਨੂੰ ਖਲਨਾਇਕ ਨੂੰ ਨਾਇਕ ਦੀ ਤੁਲਨਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਸ ਨੂੰ ਕਮਜ਼ੋਰ ਬਣਾ ਕੇ ਪੇਸ਼ ਨਹੀਂ ਕੀਤਾ ਜਾਂਦਾ, ਉਸ ਨੂੰ ਵੀ ਮਹਾਨ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਹੈ। ਪਰ ਅਖੀਰ ਦੇ ਵਿੱਚ ਹਾਰ ਖਲਨਾਇਕ ਦੀ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਕਿਉਂਕਿ ਉਹ ਬਦੀ ਦਾ ਪ੍ਰਤੀਕ ਹੈ, ਬੁਰਾਈ ਦਾ ਪ੍ਰਤੀਕ ਹੈ, ਤੇ ਆਖਿਰ ਦੇ ਵਿੱਚ ਜਿੱਤ ਹੈ ਜਿਹੜੀ ਉਹ ਨਾਇਕ ਦੀ ਹੁੰਦੀ ਹੈ, ਕਿਉਂਕਿ ਉਹ ਚੰਗਿਆਈ ਦਾ ਪ੍ਰਤੀਕ ਹੁੰਦਾ ਹੈ, ਚੰਗਿਆਈ ਦਾ ਆਦਰਸ਼ ਹੁੰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਛੰਦ ਵਿਧਾਨ ਦੀ। ਛੰਦ ਹੈ ਜਿਹੜਾ ਉਹ ਵਾਰ ਦਾ ਇੱਕ ਜ਼ਰੂਰੀ ਤੱਤ ਹੈ, ਤੇ ਛੰਦ ਹੈ ਜਿਹੜਾ ਉਹ ਵਾਰ ਦਾ ਪੌੜੀ ਹੈ। ਵਾਰ ਪੌੜੀ ਦੇ ਰੂਪ ਦੇ ਵਿੱਚ ਲਿਖੀ ਜਾਂਦੀ ਹੈ। ਟੱਕਰ ਨੂੰ ਵਾਰ ਦੀ ਆਤਮਾ। ਟੱਕਰ ਤੋਂ ਭਾਵ ਹੈ ਕਿ ਨਾਇਕ ਤੇ ਪ੍ਰਤੀ ਨਾਇਕ ਦੇ ਵਿਚਾਲੇ ਜਿਹੜੀ ਟੱਕਰ ਚੱਲਦੀ ਰਹਿੰਦੀ ਹੈ ਉਹ ਤਾਂ ਹੈ ਵਾਰ ਦੀ ਆਤਮਾ। ਤੇ ਜਿਹੜਾ ਪੌੜੀ ਹੈ ਛੰਦ ਜਿਸ ਦੇ ਵਿੱਚ ਵਾਰ ਲਿਖੀ ਜਾਂਦੀ ਹੈ ਉਸ ਨੂੰ ਵਾਰ ਦਾ ਸਰੀਰ ਮੰਨਿਆ ਜਾਂਦਾ ਹੈ, ਵਾਰ ਦਾ ਪਿੰਡਾ ਮੰਨਿਆ ਜਾਂਦਾ ਹੈ। ਭਾਵ ਪੌੜੀ ਤੋਂ ਬਿਨਾਂ ਵਾਰ ਦੀ ਰਚਨਾ ਨਹੀਂ ਹੋ ਸਕਦੀ। ਇਹ ਇੱਕ ਜ਼ਰੂਰੀ ਗੱਲ ਹੈ। ਇਸ ਦੇ 2 ਭੇਦ ਹਨ ਪੌੜੀ ਛੰਦ ਦੇ। ਹੁਣ ਤਾਂ ਉਹਨਾਂ ਦੀ ਅਸੀਂ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪੌੜੀ ਹੈ ਜਿਹੜੀ ਵਾਰ ਦੀ ਉਹ 2 ਛੰਦਾਂ ਦੇ ਵਿੱਚ ਲਿਖੀ ਜਾਂਦੀ ਹੈ ਮੁੱਖ ਰੂਪ ਤੋਂ। ਤੇ ਉਹ ਕਿਹੜੇ ਕਿਹੜੇ ਛੰਦ ਹਨ? ਉਹ ਪਹਿਲਾ ਤਾਂ ਹੈ ਸਿਰਖੰਡੀ ਤੇ ਦੂਜਾ ਹੈ ਨਿਸ਼ਾਨੀ।
ਇਹਨਾਂ ਦੇ ਵਿੱਚ ਹੈ ਜਿਹੜੀ ਉਹ ਪੌੜੀ ਹੈ ਉਸ ਦੀ ਰਚਨਾ ਹੁੰਦੀ ਹੈ। ਪੌੜੀ ਦੀ ਨਿਸ਼ਾਨੀ ਕੀ ਹੈ ਤੇ ਸਿਰਖੰਡੀ ਤੇ ਨਿਸ਼ਾਨੀ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ, ਉਸ ਦੀ ਅਸੀਂ ਗੱਲ ਕਰਦੇ ਹਾਂ। ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਏਕੇ, ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ। ਹੁਣ ਇੱਥੇ ਜਿਹੜਾ ਤੁਕਾਂਤ ਮੇਲ ਹੈ ਉਹ ਇੱਥੇ ਮੱਧ ਦੇ ਵਿੱਚ ਹੋ ਰਿਹਾ ਹੈ। ਖਰਚਾਮੀ, ਵਰਿਆਮੀ, ਅਲਾਮੀ, ਸੁਰਗਾਮੀ, ਇੱਥੇ ਸਾਨੂੰ ਤੁਕਾਂਤ ਮੇਲ ਮਿਲਿਆ ਹੋਇਆ ਮਿਲਦਾ ਹੈ, ਜਦੋਂ ਕਿ ਅਖੀਰ ਦੇ ਵਿੱਚ ਤੁਕਾਂਤ ਮੇਲ ਹੈ ਜਿਹੜਾ ਉਹ ਨਹੀਂ ਹੈ। ਇਹ ਸ਼ਬਦ ਸਾਰੇ ਉਚਾਰਨ ਦੀ ਦ੍ਰਿਸ਼ਟੀ ਤੋਂ ਵੱਖ-ਵੱਖ ਹਨ। ਮੁਕਾਬਲਾ, ਆਏ ਕੇ ਜਾਣਦੇ ਦੇਵਤਾ, ਇਹਨਾਂ ਦਾ ਤਾਂ ਤੁਕਾਂਤ ਮੇਲ ਨਹੀਂ ਨਾ ਹੋ ਰਿਹਾ। ਛੰਦ ਦੇ ਵਿੱਚ ਤੁਸੀਂ ਤੁਕਾਂਤ ਮੇਲ ਨੂੰ ਸਮਝ ਚੁੱਕੇ ਹੋ। ਜੇ ਤੁਸੀਂ ਛੰਦ ਵਾਲਾ ਭਾਗ ਨਹੀਂ ਦੇਖਿਆ ਤਾਂ ਪਹਿਲਾਂ ਤੁਸੀਂ ਛੰਦ ਨੂੰ ਸਮਝੋ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਤੁਕਾਂਤ ਮੇਲ ਕੀ ਹੈ। ਹੁਣ ਤੁਕਾਂਤ ਮੇਲ ਹੈ ਮੱਧ ਦੇ ਵਿੱਚ ਹੋ ਰਿਹਾ ਹੈ, ਤਾਂ ਜਦੋਂ ਤੁਕਾਂਤ ਮੇਲ ਮੱਧ ਦੇ ਵਿੱਚ ਹੁੰਦਾ ਹੈ ਉਹ ਪੌੜੀ ਦਾ ਭੇਦ ਹੁੰਦਾ ਹੈ ਸਿਰਖੰਡੀ। ਖੰਡ ਦਾ ਮਤਲਬ ਟੁਕੜੇ। ਹੁਣ ਜਿਹੜਾ ਤੁਕਾਂਤ ਮੇਲ ਇੱਥੇ ਹੋ ਗਿਆ ਤੇ ਉਸਦੇ ਖੰਡ ਹੋ ਗਏ। ਇਸ ਤੋਂ ਅਸੀਂ ਯਾਦ ਰੱਖ ਸਕਦੇ ਹਾਂ ਕਿ ਇਹ ਪੌੜੀ ਦਾ ਕਿਹੜਾ ਭੇਦ ਹੈ, ਸਿਰਖੰਡੀ ਹੈ। ਤੇ ਨਿਸ਼ਾਨੀ ਦਾ ਜਿਹੜਾ ਤੁਕਾਂਤ ਮੇਲ ਹੈ ਉਹ ਅਖੀਰ ਦੇ ਵਿੱਚ ਹੁੰਦਾ ਹੈ। ਘੁਰੇ ਨਗਾਰੇ ਦੋਹਰੇ ਰਣ ਸੰਗਲੀ ਵਾਲੇ, ਧੂੜ ਲਪੇਟੇ ਦੋਹਰੇ ਸਰਦਾਰ ਜਟਾਲੇ, ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਵਾਲੇ, ਧਾਏ ਦੇਵੀ ਸਾਹਮਣੇ ਵੀਰ ਮੁਛਲੀ ਵਾਲੇ। ਹੁਣ ਜਿਹੜਾ ਤੁਕਾਂਤ ਮੇਲ ਹੈ ਉਹ ਇੱਥੇ ਅਖੀਰ ਦੇ ਵਿੱਚ ਹੋ ਰਿਹਾ ਹੈ, ਤੇ ਜਦੋਂ ਤੁਕਾਂਤ ਮੇਲ ਅਖੀਰ ਦੇ ਵਿੱਚ ਹੁੰਦਾ ਹੈ ਉਹ ਭੇਦ ਹੁੰਦਾ ਹੈ ਨਿਸ਼ਾਨੀ। ਹੁਣ ਸਾਡੇ ਕੋਲ ਜਿਹੜਾ ਪਹਿਲਾ ਉਦਾਹਰਨ ਸੀ ਉਹ ਛੰਦ ਕਿਹੜਾ ਸੀਗਾ, ਸਿਰਖੰਡੀ ਸੀ, ਤੇ ਦੂਜਾ ਜਿਹੜਾ ਸਾਡੇ ਕੋਲ ਉਦਾਹਰਨ ਹੈ ਉਹ ਛੰਦ ਹੈ ਨਿਸ਼ਾਨੀ। ਇਸ ਨੂੰ ਅਸੀਂ ਯਾਦ ਕਿਵੇਂ ਰੱਖਾਂਗੇ? ਖੰਡ ਦਾ ਮਤਲਬ ਟੁਕੜੇ ਹੁੰਦਾ ਹੈ। ਜਦੋਂ ਜਿਹੜਾ ਤੁਕਾਂਤ ਮੇਲ ਹੈ ਮੱਧ ਦੇ ਵਿੱਚ ਹੋ ਜਾਂਦਾ ਹੈ ਤਾਂ ਪੰਕਤੀ ਦੇ ਖੰਡ ਹੋ ਜਾਂਦੇ ਆ। ਹੁਣ ਇੱਧਰਲੇ ਜਿਹੜੇ ਭਾਗ ਹਨ ਪੰਕਤੀਆਂ ਦੇ ਉਹ ਅੱਡ ਬਚੇ ਹੋਏ ਹਨ, ਤੁਕਾਂਤ ਮੇਲ ਤਾਂ ਇੱਥੇ ਹੀ ਹੋ ਗਿਆ। ਤਾਂ ਇਸ ਨੂੰ ਅਸੀਂ ਇਸ ਆਧਾਰ 'ਤੇ ਯਾਦ ਰੱਖ ਸਕਦੇ ਹਾਂ। ਇਹ ਭੇਦ ਹੈ ਪੌੜੀ ਦਾ ਸਿਰਖੰਡੀ, ਤੇ ਜਿਹੜਾ ਤੁਕਾਂਤ ਮੇਲ ਹੁੰਦਾ ਹੈ ਅਖੀਰ ਦੇ ਵਿੱਚ ਉਹ ਭੇਦ ਹੁੰਦਾ ਹੈ ਨਿਸ਼ਾਨੀ। ਮੁੱਖ ਰੂਪ ਤੋਂ ਜਿਹੜੀ ਵਾਰ ਹੈ ਉਹ ਪੌੜੀ ਛੰਦ ਦੇ ਵਿੱਚ ਲਿਖੀ ਜਾਂਦੀ ਹੈ। ਪੌੜੀ ਤੋਂ ਬਿਨਾਂ ਵਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਤੇ ਪੌੜੀ ਨੂੰ ਵਾਰ ਦਾ ਪਿੰਡਾ ਸਰੀਰ ਕਿਹਾ ਜਾਂਦਾ ਹੈ। ਮੁੱਖ ਰੂਪ ਤੋਂ ਇਹਦੇ ਦੋ ਭੇਦ ਹਨ, ਸਿਰਖੰਡੀ ਤੇ ਨਿਸ਼ਾਨੀ। ਇਹਨਾਂ ਦੀ ਪਛਾਣ ਅਸੀਂ ਸਿੱਖ ਲਈ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਰਸ ਅਤੇ ਅਲੰਕਾਰ ਦੀ। ਜਿਹੜਾ ਪ੍ਰਧਾਨ ਰਸ ਹੈ ਵਾਰ ਦਾ ਉਹ ਵੀਰ ਰਸ ਹੁੰਦਾ ਹੈ। ਰੌਦਰ, ਭਿਆਨਕ, ਵਿਵਸ ਇਹ ਵੀ ਲੋੜ ਅਨੁਸਾਰ ਵਰਤ ਲਏ ਜਾਂਦੇ ਹਨ, ਪਰ ਵਾਰ ਦਾ ਜਿਹੜਾ ਪ੍ਰਧਾਨ ਰਸ ਹੈ ਉਸ ਦੇ ਵਿੱਚ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਦੇ ਵਿੱਚ ਗੱਲ ਕੀਤੀ ਗਈ ਹੁੰਦੀ ਹੈ। ਇਸ ਲਈ ਪ੍ਰਧਾਨ ਰਸ ਹੈ ਜਿਹੜਾ ਉਹ ਵੀਰ ਰਸ ਹੀ ਹੁੰਦਾ ਹੈ। ਅਲੰਕਾਰ ਵੀ ਲੋੜ ਅਨੁਸਾਰ ਵਰਤ ਲਏ ਜਾਂਦੇ ਹਨ। ਆਤਕਥਨੀ ਅਲੰਕਾਰ ਬਹੁਤ ਵਰਤਿਆ ਜਾਂਦਾ ਹੈ ਵਾਰ ਦੇ ਵਿੱਚ, ਕਿਉਂਕਿ ਗੱਲ ਨੂੰ ਬਹੁਤਾ ਵਧਾ ਚੜ੍ਹਾ ਕੇ ਕਹਿਣਾ ਹੁੰਦਾ ਹੈ। ਇਸ ਲਈ ਆਤਕਥਨੀ ਅਲੰਕਾਰ ਹੈ ਜਿਹੜਾ ਉਹ ਵਰਤਿਆ ਜਾਂਦਾ ਹੈ। ਜਿਵੇਂ ਚੰਡੀ ਦੀ ਵਾਰ ਦੇ ਵਿੱਚ ਇੱਕ ਕਾਵਤੁਕ ਆਈ ਹੈ, ਸੂਰਜ ਨਦਰ ਨਾ ਆਏ, ਲਸ਼ਕਣ ਤੇਗਾਂ ਵਰਸ਼ੀਆਂ ਸੂਰਜ ਨਦਰ ਨਾ ਆਏ। ਤਾਂ ਇਹ ਆਤਕਥਨੀ ਹੈ ਕਿ ਤੇਗਾਂ ਅਤੇ ਵਰਸ਼ੀਆਂ ਜਿਹੜੀਆਂ ਉਹ ਲਿਸ਼ਕ ਰਹੀਆਂ ਸਨ ਤੇ ਸੂਰਜ ਵੀ ਨਜ਼ਰ ਨਹੀਂ ਆ ਰਿਹਾ ਸੀ। ਇਸ ਪ੍ਰਕਾਰ ਦੀਆਂ ਕਾਵਤੁਕਾਂ ਜੋ ਅਸਲ ਜੀਵਨ ਦੇ ਵਿੱਚ ਸੱਚ ਨਹੀਂ ਹੁੰਦੀਆਂ ਪਰ ਕਾਵ ਦੇ ਵਿੱਚ ਵਰਤੀਆਂ ਜਾਂਦੀਆਂ ਹਨ, ਅਸੀਂ ਇਸ ਨੂੰ ਆਤਕਥਨੀ ਅਲੰਕਾਰ ਕਹਿੰਦੇ ਹਾਂ। ਇਹ ਗੱਲ ਅਸੀਂ ਅਲੰਕਾਰ ਵਾਲੇ ਭਾਗ 'ਚ ਕਰ ਚੁੱਕੇ ਹਾਂ, ਤੁਸੀਂ ਉੱਥੋਂ ਹੋਰ ਜ਼ਿਆਦਾ ਇਸ ਨੂੰ ਸਮਝ ਸਕਦੇ ਹੋ। ਤਾਂ ਲੋੜ ਦੇ ਅਨੁਸਾਰ ਅਲੰਕਾਰਾਂ ਦੀ ਵੀ ਢੁਕਵੀਂ ਵਰਤੋਂ ਕਰ ਲਈ ਜਾਂਦੀ ਹੈ। ਇਹ ਸੀ ਚੌਥਾ ਤੱਤ ਵਾਰ ਦਾ। ਤੇ ਪੰਜਵਾਂ ਤੱਤ ਹੈ ਇਤਿਹਾਸਿਕਤਾ। ਜਿਹੜੀ ਘਟਨਾ ਪੇਸ਼ ਕੀਤੀ ਗਈ ਹੋਵੇ ਉਸ ਦੇ ਵਿਸ਼ਾ ਵਸਤੂ ਦੇ ਰੂਪ ਦੇ ਵਿੱਚ ਉਹ ਇਤਿਹਾਸਿਕ ਜਾਂ ਮਿਥਿਹਾਸ ਦੇ ਵਿੱਚੋਂ ਹੋ ਸਕਦੀ ਹੈ, ਪਰ ਜਦੋਂ ਇਤਿਹਾਸ ਨੂੰ ਪੇਸ਼ ਕਰਨਾ ਹੋਵੇ ਤਾਂ ਉਸ ਨੂੰ ਇਸ ਪ੍ਰਕਾਰ ਦੇ ਨਾਲ ਪੇਸ਼ ਕੀਤਾ ਜਾਵੇ ਕਿ ਉਸ ਦਾ ਇਤਿਹਾਸਿਕ ਤੱਤ ਹੈ ਜਿਹੜਾ ਉਹ ਧੁੰਦਲਾ ਨਾ ਹੋਵੇ, ਉਸ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਾ ਜਾਵੇ ਕਿ ਜੋ ਤੱਥ ਪੇਸ਼ ਕੀਤਾ ਜਾਣਾ ਹੈ ਉਹਦੇ ਵਿੱਚ ਸੱਚ ਬਦਲ ਜਾਵੇ। ਉਸ ਦੀ ਪੇਸ਼ਕਾਰੀ ਇਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ। ਉਹ ਘਟਨਾ ਇਤਿਹਾਸ ਜਾਂ ਮਿਥਿਹਾਸ ਕਿਤੋਂ ਵੀ ਲਈ ਜਾ ਸਕਦੀ ਹੈ, ਕਲਪਨਾ ਉਸ ਦੇ ਵਿੱਚ ਜੋੜੀ ਜਾ ਸਕਦੀ ਹੈ, ਪਰ ਕਲਪਨਾ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਇਤਿਹਾਸਿਕਤਾ ਸੱਚ ਹੈ ਜਿਹੜਾ ਉਹ ਧੁੰਦਲਾ ਹੋ ਜਾਵੇ। ਤਾਂ ਘਟਨਾ ਹੈ ਜਿਹੜੀ ਜਿਵੇਂ ਚੰਡੀ ਦੀ ਵਾਰ ਦੀ ਉਹ ਮਿਥਿਹਾਸ ਦੇ ਵਿੱਚੋਂ ਲਈ ਗਈ ਹੈ। ਇਤਿਹਾਸ ਤੇ ਮਿਥਿਹਾਸ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਅੰਤਰ ਦੱਸ ਦਿੰਦਾ। ਇਤਿਹਾਸ ਉਹ ਹੁੰਦਾ ਹੈ ਜਿਸ ਦੀ ਸਾਨੂੰ ਤਾਰੀਖਬੱਧ ਜਾਣਕਾਰੀ ਹੁੰਦੀ ਹੈ, ਤੇ ਮਿਥਿਹਾਸ ਇਹ ਹੁੰਦਾ ਹੈ ਜਿਸ ਦੇ ਉੱਤੇ ਕੇਵਲ ਅਸੀਂ ਆਪਣੀ ਸ਼ਰਧਾ ਦੇ ਅਨੁਸਾਰ ਵਿਸ਼ਵਾਸ ਕਰਦੇ ਹੁੰਦੇ ਹਾਂ, ਜਦੋਂ ਕਿ ਉਸਦੇ ਇਤਿਹਾਸਿਕ ਪ੍ਰਮਾਣ ਤਾਰੀਖਬੱਧ ਵੇਰਵਾ ਸਾਨੂੰ ਨਹੀਂ ਮਿਲਦਾ। ਤਾਂ ਚੰਡੀ ਦੀ ਵਾਰ ਜਿਹੜੀ
ਘਟਨਾ ਹੈ ਜਿਹੜੀ ਉਸ ਦੇ ਵਿੱਚ ਵਿਸ਼ਾ ਵਸਤੂ ਲਈ ਗਈ ਹੈ ਉਸ ਦਾ ਕੋਈ ਇਤਿਹਾਸਕ ਸੱਚ ਨਹੀਂ ਮਿਲਦਾ ਤਾਂ ਚੰਡੀ ਦੀ ਵਾਰ ਦੀ ਜਿਹੜੀ ਵਿਸ਼ਾ ਵਸਤੂ ਹੈ ਉਹ ਮਿਥਿਹਾਸ 'ਚੋਂ ਲਈ ਗਈ ਹੈ। ਇਹ ਗੱਲ ਵੀ ਸਾਨੂੰ ਸਮਝਣੀ ਜ਼ਰੂਰੀ ਹੈ। ਅਤੇ ਆਖਰੀ ਤੱਤ ਹੈ ਵਾਰ ਦਾ, ਉਹ ਹੈ ਭਾਸ਼ਾ। ਵਾਰ ਦੀ ਭਾਸ਼ਾ ਹੈ ਜਿਹੜੀ ਉਹ ਸਧਾਰਨ ਬੋਲਚਾਲੀ ਭਾਸ਼ਾ ਹੋਣੀ ਚਾਹੀਦੀ ਹੈ, ਸਰਲ ਹੋਣੀ ਚਾਹੀਦੀ ਹੈ। ਸਰਲ ਕਿਉਂ ਹੋਣੀ ਚਾਹੀਦੀ ਹੈ? ਕਿਉਂਕਿ ਉਹ ਆਮ ਲੋਕਾਂ ਦੇ ਮਸਲਿਆਂ ਦੇ ਨਾਲ ਜੁੜੀ ਹੋਈ ਹੈ ਅਤੇ ਆਮ ਲੋਕਾਂ ਨੂੰ ਉਸ ਦੀ ਸਮਝ ਆਉਣੀ ਜ਼ਰੂਰੀ ਹੈ। ਜੇ ਆਮ ਲੋਕਾਂ ਨੂੰ ਸਮਝ ਨਹੀਂ ਆਊਗੀ ਤਾਂ ਉਸ ਵਾਰ ਦਾ ਲਿਖਣ ਦਾ ਵੀ ਫਿਰ ਕੋਈ ਫਾਇਦਾ ਨਹੀਂ ਹੈ। ਅਤੇ ਇਹ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਦੇ ਵਿੱਚ ਹੋਵੇ, ਸੰਘਰਸ਼ ਪੱਖ ਨੂੰ ਉਸਾਰਨ ਲਈ ਤਲਖ ਅਤੇ ਜੋਸ਼ੀਲੀਆਂ ਧੁਨੀਆਂ ਵਾਲੇ ਵਰਨਾਂ ਦੀ ਵਰਤੋਂ ਕੀਤੀ ਗਈ ਹੋਵੇ। ਮਹਾਂਪ੍ਰਾਣ ਧੁਨੀਆਂ ਹੁੰਦੀਆਂ ਹਨ ਜੋ ਹਰੇਕ ਵਰਗ ਦਾ ਚੌਥਾ ਅੱਖਰ ਹੈ, ਜਿਵੇਂ ਘੱਗਾ, ਝੱਝਾ, ਭੱਬਾ। ਭਾਰੀਆਂ ਧੁਨੀਆਂ ਦੀ ਵਰਤੋਂ ਹੋਣੀ ਚਾਹੀਦੀ ਹੈ ਅਤੇ ਜੰਗ ਦੇ ਮੈਦਾਨ ਨੂੰ ਦਿਖਾਉਣ ਵਾਲੇ ਸ਼ਬਦ ਹੋਣੇ ਚਾਹੀਦੇ ਹਨ। ਉਹ ਕਿਹੜੇ ਹੋ ਸਕਦੇ ਹਨ? ਉਹ ਇਸ ਪ੍ਰਕਾਰ ਦੇ ਨਾਲ ਹੋ ਸਕਦੇ ਹਨ, ਜੋਸ਼ੀਲੀ, ਤਲਖ ਅਤੇ ਤੀਬਰ ਸ਼ਬਦਾਵਲੀ ਹੋਣੀ ਚਾਹੀਦੀ ਹਨ। ਜੰਗ ਦਾ ਵਾਸਤਵਿਕ ਮਾਹੌਲ ਸਿਰਜਦੇ ਹੋਣ, ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ, ਮਾਰੋ, ਕੱਟੋ, ਵੱਢੋ, ਲਲਕਾਰੇ, ਇਸ ਪ੍ਰਕਾਰ ਦੀਆਂ ਧੁਨੀਆਂ, ਉਤਸ਼ਾਹ ਵਧਾਉਣ ਵਾਲੇ ਜੈਕਾਰੇ ਇਸ ਦੇ ਵਿੱਚ ਸ਼ਾਮਿਲ ਹੋਣੇ ਚਾਹੀਦੇ ਹਨ। ਇਹ ਵਾਰ ਦੀ ਭਾਸ਼ਾ ਨੂੰ ਮੁੱਖ ਰੂਪ ਤੋਂ ਦਰਸਾਉਂਦੇ ਹਨ। ਤਾਂ ਇਹ ਅਸੀਂ 6 ਤੱਤਾਂ ਦੀ ਗੱਲ ਕੀਤੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਾਰਾਂ ਦੇ ਵਰਗੀਕਰਨ ਦੀ। ਵਾਰਾਂ ਨੂੰ ਮੁੱਖ ਰੂਪ ਤੋਂ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹ 2 ਭਾਗ ਹਨ ਵੀਰ ਰਸੀ ਜਾਂ ਲੋਕ ਵਾਰਾਂ ਅਤੇ ਅਧਿਆਤਮਕ ਵਾਰਾਂ। ਰਤਨ ਸਿੰਘ ਜੱਗੀ ਨੇ ਇੱਕ ਤੀਜਾ ਵਰਗ ਹੋਰ ਦੱਸਿਆ ਹੈ। ਜੇ ਤਾਂ ਸਾਨੂੰ ਪੁੱਛਿਆ ਜਾਵੇ ਕਿ ਵਾਰਾਂ ਦਾ ਵਰਗੀਕਰਨ ਕਿੰਨੇ ਭਾਗਾਂ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਅਸੀਂ ਲਿਖਾਂਗੇ 2 ਭਾਗਾਂ ਦੇ ਵਿੱਚ। ਕਿਹੜੇ? ਵੀਰ ਰਸੀ ਅਤੇ ਅਧਿਆਤਮਕ ਵਾਰਾਂ। ਜੇ ਸਾਨੂੰ ਪੁੱਛਿਆ ਜਾਵੇ ਰਤਨ ਸਿੰਘ ਜੱਗੀ ਨੇ ਇੱਕ ਨਵਾਂ ਵਰਗ ਕਿਹੜਾ ਦੱਸਿਆ ਹੈ ਜਾਂ ਕਿਹੜਾ ਵਰਗ ਜੋੜਿਆ ਹੈ ਜਾਂ ਉਹ ਕਿੰਨੇ ਮੰਨਦੇ ਹਨ, ਤਾਂ ਉਹਨਾਂ ਨੇ 3 ਭਾਗ ਮੰਨੇ ਹਨ, 3 ਵਰਗ ਮੰਨੇ ਹਨ। ਇਹ ਤਾਂ 2 ਉਹਦੇ ਵਿੱਚ ਸ਼ਾਮਿਲ ਰਹਿਣਗੇ ਹੀ ਰਹਿਣਗੇ, ਇਹ ਤੀਜਾ ਆਧੁਨਿਕ ਵਾਰਾਂ ਹੋਰ ਜੁੜ ਜੂਗਾ ਉਸ ਦੇ ਵਿੱਚ। ਤਾਂ ਇਹ ਅਸੀਂ ਦੱਸਣਾ ਹੈ ਆਧੁਨਿਕ ਵਾਰਾਂ ਕਦੋਂ? ਜਦੋਂ ਸਾਨੂੰ ਰਤਨ ਸਿੰਘ ਜੱਗੀ ਦਾ ਨਾਮ ਲੈ ਕੇ ਪੁੱਛਿਆ ਜਾਵੇ, ਉਦੋਂ ਅਸੀਂ ਇਸ ਦੇ ਬਾਰੇ ਗੱਲ ਕਰਨੀ ਹੈ। ਨਹੀਂ ਤਾਂ ਅਸੀਂ 2 ਹੀ ਵਰਗ ਹੈ ਜਿਹੜੇ ਵੀਰ ਰਸੀ ਅਤੇ ਅਧਿਆਤਮਕ ਵਾਰਾਂ, ਇਹਨਾਂ ਦੀ ਗੱਲ ਕਰਨੀ ਹੈ। ਵੀਰ ਰਸੀ ਕਿਹੜੀਆਂ ਵਾਰਾਂ ਹਨ? ਵੀਰ ਰਸੀ ਵਾਰਾਂ ਉਹ ਹਨ ਜੋ ਸਾਨੂੰ ਸਾਡੇ ਪੰਜਾਬੀ ਸਾਹਿਤ ਦੇ ਆਦਿ ਅਤੇ ਮੱਧ ਕਾਲ ਦੇ ਵਿੱਚ ਮਿਲਦੀਆਂ ਹਨ, ਜਿਨ੍ਹਾਂ ਨੂੰ ਅਸੀਂ ਧੁਨੀ ਵਾਲੀਆਂ ਵਾਰਾਂ ਵੀ ਕਹਿੰਦੇ ਹਾਂ। ਉਹ ਹਨ ਲੋਕ ਵਾਰਾਂ। ਅਧਿਆਤਮਕ ਵਾਰਾਂ ਕਿਹੜੀਆਂ ਹਨ? ਅਧਿਆਤਮਕ ਵਾਰਾਂ ਉਹ ਹਨ ਜੋ ਸਾਡੇ ਗੁਰੂ ਸਾਹਿਬਾਨ ਦੁਆਰਾ, ਭਾਈ ਗੁਰਦਾਸ ਜੀ ਦੁਆਰਾ ਰਚੀਆਂ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਹਨ ਅਧਿਆਤਮਿਕ। ਭਾਈ ਗੁਰਦਾਸ ਜੀ ਦੁਆਰਾ 39 ਵਾਰਾਂ ਰਚੀਆਂ ਗਈਆਂ ਹਨ। ਅਧਿਆਤਮ ਦੀ ਗੱਲ ਕਰਦੀਆਂ ਹਨ ਜੋ ਗੁਰਮੁਖ ਅਤੇ ਮਨਮੁਖ ਨੂੰ ਨਾਇਕ ਪ੍ਰਤੀ ਨਾਇਕ ਬਣਾ ਕੇ ਪੇਸ਼ ਕਰਦੀਆਂ ਹਨ, ਉਹਨਾਂ ਨੂੰ ਅਸੀਂ ਅਧਿਆਤਮਕ ਵਾਰਾਂ ਕਹਿੰਦੇ ਹਾਂ। ਅਧਿਆਤਮ ਦੇ ਨਾਲ ਜੁੜੀਆਂ ਹੋਈਆਂ, ਧਰਮ ਦੇ ਨਾਲ ਜੁੜੀਆਂ ਹੋਈਆਂ। ਆਧੁਨਿਕ ਵਾਰਾਂ ਉਹ ਹਨ ਜੋ ਰਤਨ ਸਿੰਘ ਜੱਗੀ ਨੇ ਦੱਸੀਆਂ ਹਨ, ਜੋ ਆਧੁਨਿਕ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦੀਆਂ ਹਨ। ਆਧੁਨਿਕ ਮਨੁੱਖ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਪੇਸ਼ ਕਰਦੀਆਂ ਹਨ, ਉਹਨਾਂ ਨੂੰ ਅਸੀਂ ਆਧੁਨਿਕ ਵਾਰਾਂ ਕਹਿੰਦੇ ਹਾਂ। ਇਹ 3 ਵਰਗ ਹਨ। ਵੀਰ ਰਸੀ ਜਾਂ ਲੋਕ ਵਾਰਾਂ ਕਿਹੜੀਆਂ ਸਨ? ਆਦਿ ਕਾਲ ਦੇ ਵਿੱਚ ਮਿਲਦੀਆਂ ਹਨ 6 ਅਤੇ ਮੱਧ ਕਾਲ ਦੇ ਵਿੱਚ ਮਿਲਦੀਆਂ ਹਨ 3। ਇਹ ਕੁੱਲ 9 ਲੋਕ ਵਾਰਾਂ ਹਨ ਵੀਰ ਰਸ ਤੋਂ ਸੰਬੰਧਿਤ, ਜੋ ਵਾਸਤਵਿਕ ਮੈਦਾਨ ਦੇ ਵਿੱਚ ਲੜੀਆਂ ਗਈਆਂ ਜਰ, ਜੋਰੂ ਅਤੇ ਜ਼ਮੀਨ ਦੇ ਲਈ। ਜਰ ਦਾ ਮਤਲਬ ਧਨ ਦੌਲਤ ਸੰਪੱਤੀ, ਜੋਰੂ ਮਤਲਬ ਇਸਤਰੀ ਅਤੇ ਜ਼ਮੀਨ ਤੁਸੀਂ ਸਮਝਦੇ ਹੋ। ਇਹਨਾਂ ਦੇ ਕਾਰਨ ਇਹ ਜਿਹੜੀਆਂ ਲੋਕ ਵਾਰਾਂ ਵਾਸਤਵਿਕ ਮੈਦਾਨ ਦੇ ਵਿੱਚ ਲੜੀਆਂ ਗਈਆਂ। ਅਤੇ ਚੰਡੀ ਦੀ ਵਾਰ ਵੀ ਵੀਰ ਰਸੀ ਵਾਰ ਗਿਣੀ ਜਾਂਦੀ ਹੈ। ਇਸ ਤੋਂ ਇਲਾਵਾ ਨਾਦਰ ਸ਼ਾਹ ਦੀ ਵਾਰ ਹੈ ਜਿਹੜੀ, ਉਹ ਵੀ, ਅਤੇ ਚੱਠਿਆਂ ਦੀ ਵਾਰ, ਇਹ ਵੀ ਵੀਰ ਰਸੀ ਜਾਂ ਲੋਕ ਵਾਰਾਂ ਦੇ ਵਿੱਚ ਆ ਜਾਂਦੀਆਂ ਹਨ। ਅਧਿਆਤਮਕ ਵਾਰਾਂ ਕਿਹੜੀਆਂ ਹਨ? ਅਧਿਆਤਮਕ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਰਜ ਹਨ ਉਹਨਾਂ ਦੀ ਗਿਣਤੀ ਹੈ 22 ਅਤੇ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ ਹਨ ਜਿਹੜੀਆਂ 39। ਇਹ ਹਨ ਅਧਿਆਤਮਕ ਵਾਰਾਂ। ਅਤੇ ਗੁਰਦਾਸ ਸਿੰਘ, ਜਿਹਨੂੰ ਗੁਰਦਾਸ ਸਿੰਘ ਦੂਜਾ ਵੀ ਕਿਹਾ ਜਾਂਦਾ ਹੈ, 2 ਉਹਨਾਂ ਦੀਆਂ ਵੀ ਵਾਰਾਂ ਹਨ। ਇਹ ਹਨ ਅਧਿਆਤਮਿਕ ਵਾਰਾਂ ਜੋ ਅਧਿਆਤਮ ਦੀ ਗੱਲ ਕਰਦੀਆਂ ਹਨ, ਧਰਮ ਦੀ ਗੱਲ ਕਰਦੀਆਂ ਹਨ, ਜਿਨ੍ਹਾਂ ਦੇ ਵਿੱਚ ਗੁਰਮੁਖ ਨੂੰ ਨਾਇਕ ਅਤੇ ਮਨਮੁਖ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਗੁਰਮੁਖ ਚੰਗਿਆਈ ਦਾ ਪ੍ਰਤੀਕ ਹੈ ਅਤੇ ਜਿਹੜਾ ਹੈ ਮਨਮੁਖ ਉਹ ਬੁਰਾਈ ਦਾ ਪ੍ਰਤੀਕ ਹੈ। ਸਾਡੇ ਮਨ ਦੇ ਵਿੱਚ ਚੰਗੇ ਅਤੇ ਮਾੜੇ ਵਿਚਾਰਾਂ ਦਾ ਜੋ ਹਮੇਸ਼ਾ ਯੁੱਧ ਚੱਲਦਾ ਰਹਿੰਦਾ ਹੈ, ਉਹ ਵੀ
ਇਸੇ ਵਰਗ ਦੇ ਵਿੱਚ ਆ ਜਾਂਦੀਆਂ ਹਨ। ਚੰਗਿਆਈ ਤੇ ਬੁਰਾਈ ਦੀ ਟੱਕਰ ਇਸ ਦੇ ਵਿੱਚ ਦਰਸਾਈ ਜਾਂਦੀ ਹੈ ਅਧਿਆਤਮਕ ਵਾਰਾਂ ਦੇ ਵਿੱਚ। ਤਾਂ ਇਹ ਅਸੀਂ ਕੁਛ ਇਤਿਹਾਸ ਦੇ ਬਾਰੇ ਗੱਲ ਕੀਤੀ ਹੈ ਵਾਰ ਦੇ। ਆਸ ਕਰਦਾ ਹਾਂ ਆਪ ਸਭ ਵਿਦਿਆਰਥੀਆਂ ਨੂੰ ਇੰਨੀ ਗੱਲ ਸਮਝ ਆਈ ਹੋਣੀ ਹੈ। ਆਪਾਂ ਮਿਲਾਂਗੇ ਕੋਈ ਨਵਾਂ ਅਧਿਐਨ ਬਿੰਦੂ ਲੈ ਕੇ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ।